ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੀਰਤੀ ਬੇਹਾਲ ਮਜ਼ਦੂਰ ਭਲਾਈ ਫੰਡਾਂ ਨੂੰ ਮਾਰਿਆ ਤਾਲਾ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਹਾਲ ਹੀ ਵਿੱਚ NCRB ਦੀ ਰਿਪੋਰਟ ਜਿਹੜੀ ਹੈਗੀ ਹੈ ਉਹ ਨਸ਼ਰ ਹੋਈ ਹੈ ਤੇ ਉਹ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਇਹ ਰਿਪੋਰਟ ਜਿਹੜੀ ਹੈਗੀ ਹੈ ਬਹੁਤ ਹੀ ਦਿਲ ਦਹਿਲਾਉਣ ਵਾਲੀ ਹੈ, ਬਹੁਤ ਹੀ ਭਿਆਨਕ ਜਿਹੜੀ ਹੈਗੀ ਹੈ ਰਿਪੋਰਟ ਸਭ ਦੇ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਗੱਲ ਕਰੀਏ ਤਾਂ ਦਿਹਾੜੀਦਾਰ ਕਾਮਿਆਂ ਦੀ, ਜਿਨ੍ਹਾਂ ਦੀ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਨੇ ਤੇ ਉਹਨਾਂ ਦੀ ਖੁਦਕੁਸ਼ੀਆਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਜੇ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਕਿਸਾਨ ਅਤੇ ਮਜ਼ਦੂਰਾਂ ਦੀ ਖੁਦਕੁਸ਼ੀਆਂ ਦਾ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ, ਜੋ ਕਿ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਰ ਇਹ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਜਿਹੜੀ ਦਿਹਾੜੀਦਾਰ ਕਾਮਿਆਂ ਦੇ ਖੁਦਕੁਸ਼ੀਆਂ ਦੇ ਮਾਮਲੇ ਆ ਉਹ ਲਗਾਤਾਰ ਵੱਧ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਦਿਹਾੜੀਦਾਰ ਕਾਮਿਆਂ ਦੀ ਜਿਹੜੀ ਖੁਦਕੁਸ਼ੀਆਂ ਦੀ ਗਿਣਤੀ ਵੱਧ ਰਹੀ ਹੈ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਾਡਾ ਮੁਲਕ ਹੈ ਜਿਹੜਾ ਉਹ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤੇ ਇਸ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਜਿਹੜੀ ਨੈਸ਼ਨਲ ਕ੍ਰਾਈਮ ਰਿਕਾਰਡ ਵਿਰੋਧੀ ਤਾਜ਼ਾ ਰਿਪੋਰਟ ਆਈ ਹੈ, ਜਦੋਂ ਅਸੀਂ ਉਸ 'ਤੇ ਝਾਤ ਮਾਰਦੇ ਹਾਂ ਤਾਂ ਉਸ ਦੇ ਜਿਹੜੇ ਅੰਕੜੇ ਨੇ ਉਹ ਕਾਫੀ ਚਿੰਤਾਜਨਕ ਨੇ ਔਰ ਦਿਲ ਨੂੰ ਹਿਲਾਉਣ ਵਾਲੇ ਨੇ। ਖਾਸ ਕਰਕੇ ਜਦੋਂ ਹਰ ਸਾਲ NCRB ਆਪਣੀ ਰਿਪੋਰਟ ਜਾਰੀ ਕਰਦੀ ਹੈ ਤਾਂ ਉਸ ਦੇ ਵਿੱਚ ਮੁਲਕ ਦੇ ਵਿੱਚ ਜੁਰਮ ਦੀ ਦਰ ਕਿੰਨੀ ਹੈ ਔਰ ਜੁਰਮ ਦਾ ਜਿਹੜਾ ਰੁਝਾਨ ਹੈ ਉਹ ਕਿਸ ਤਰ੍ਹਾਂ ਦਾ ਹੈ, ਉਹ ਇਸ ਰਿਪੋਰਟ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਜਿਹੜਾ ਹੈਗਾ ਉਹ ਪਤਾ ਲੱਗਦਾ, ਸਾਨੂੰ ਇਸ ਤੋਂ ਝਲਕ ਮਿਲਦੀ ਹੈ। ਔਰ ਖ਼ਾਸ ਤੌਰ 'ਤੇ ਇਸ ਰਿਪੋਰਟ ਦੇ ਵਿੱਚ ਹਰ ਵਰੇ ਜਿਹੜੇ ਵੇਰਵੇ ਜਨਤਕ ਕੀਤੇ ਜਾਂਦੇ ਨੇ, ਜਿਹਦੇ ਵਿੱਚ ਦੱਸਿਆ ਜਾਂਦਾ ਕਿ ਦੇਸ਼ ਦੇ ਵਿੱਚ ਖੁਦਕਸ਼ੀਆਂ ਕਿੰਨੀਆਂ ਹੋ ਰਹੀਆਂ ਨੇ ਔਰ ਸਮਾਜ ਦੇ ਅਲੱਗ-ਅਲੱਗ ਤਬਕੇ ਦਾ ਜਿਹੜਾ ਰੁਝਾਨ ਹੈ ਉਹ ਕਿਸ ਕਿਸਮ ਦਾ ਹੈ ਇਸ ਪ੍ਰਤੀ। ਦੇਖੋ, ਬੇਸ਼ੱਕ ਭਾਰਤੀ ਸਮਾਜ ਦੇ ਵਿੱਚ ਖੁਦਕਸ਼ੀ ਦਾ ਜਿਹੜਾ ਵਰਤਾਰਾ ਹੈ ਉਹ ਨਵਾਂ ਨਹੀਂ ਹੈ, ਪਰ ਜਿਹੜੀ ਇਹ ਵਰਤਾਰੇ ਦੀ ਹੁਣ ਰਫ਼ਤਾਰ ਹੈ ਉਹ ਸਾਡੇ ਲਈ ਜ਼ਰੂਰ ਇੱਕ ਫਿਕਰਮੰਦੀ ਵਾਲੀ ਗੱਲ ਹੈ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਇਸ ਰਿਪੋਰਟ ਦਾ, ਇਹ ਪਿਛਲੇ ਸਾਲ 'ਤੇ ਬੇਸਡ ਹੈ 2021 'ਤੇ। ਇਸ ਤੋਂ ਪਹਿਲਾਂ ਜਦੋਂ 2014 ਦੇ ਵਿੱਚ NDA ਦੀ ਸਰਕਾਰ ਆਈ ਹੈ, ਉਸ ਤੋਂ ਪਹਿਲਾਂ ਅੰਕੜੇ ਹੋਰ ਤਰ੍ਹਾਂ ਦਿੱਤੇ ਜਾਂਦੇ ਸੀਗੇ ਔਰ ਇਹਨਾਂ ਨੇ ਨਵੀਂ ਸਰਕਾਰ ਨੇ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਨੇ, ਇਹਨਾਂ ਨੇ ਕਿਸਾਨਾਂ ਦਾ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕੈਟਾਗਰੀ ਨਵੀਂ ਬਣਾਈ, ਉਹ ਬਣਾਈ ਸੀ ਜਿਹੜੀ ਦਿਹਾੜੀਦਾਰ ਕਾਮੇ ਨੇ, ਕਿ ਉਹਨਾਂ ਦੇ ਵਿੱਚ ਵੀ ਸਾਨੂੰ ਪਤਾ ਲੱਗੇ ਕਿ ਕਿਸ ਕਿਸਮ ਦਾ ਰੁਝਾਨ ਹੈ ਸੁਸਾਈਡ ਦਾ। ਅਤੇ 2014 ਦੀ ਰਿਪੋਰਟ ਜਦੋਂ NCRB ਦੀ ਦੇਖਦੇ ਹਾਂ ਅਸੀਂ, ਤਾਂ ਉਹਦੇ ਵਿੱਚ ਸਮੁੱਚੇ ਮੁਲਕ ਦੇ ਵਿੱਚ ਜਿੰਨੇ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ ਉਹਦੇ ਵਿੱਚੋਂ 12% ਹੈ ਜਿਹੜੇ ਉਹ ਇਕੱਲੇ ਜਿਹੜੀ ਬੇਜ ਲੇਬਰ ਬਣਦੀ ਸੀ, ਜਿਹੜੇ ਦਿਹਾੜੀਦਾਰ ਹੈ ਕਾਮੇ ਬਣਦੇ ਸੀ। ਪਰ ਹੁਣ ਜਦੋਂ ਅਸੀਂ 8 ਵਰ੍ਹਿਆਂ ਬਾਅਦ ਇਸ ਰਿਪੋਰਟ 'ਤੇ ਨਜ਼ਰ ਮਾਰਦੇ ਹਾਂ ਤਾਂ ਜਿਹੜੇ ਦਿਹਾੜੀਦਾਰ ਕਾਮਿਆਂ ਦੇ ਵਿੱਚ ਖੁਦਕੁਸ਼ੀ ਦਾ ਰੁਝਾਨ ਹੈ ਉਹ ਕਾਫੀ ਵਧ ਜਾਂਦਾ ਹੈ, ਭਾਵ ਕਿ ਦੁੱਗਣੇ ਤੋਂ ਜ਼ਿਆਦਾ ਹੋ ਜਾਂਦਾ ਹੈ। ਜੇ 2014 'ਚ 12% ਦੀ ਕਾਮਿਆਂ ਨੇ ਸੁਸਾਈਡ ਕੀਤਾ ਸੀ ਤਾਂ ਹੁਣ 2022 'ਚ ਜਾ ਕੇ ਇਹ ਦਰ ਹੈ ਜਿਹੜੀ ਉਹ 25% ਨੂੰ ਕ੍ਰੋਸ ਕਰ ਜਾਂਦੀ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈਗੀ ਹੈ। ਇਹਦੇ ਵਿੱਚ ਪੰਜਾਬ ਦੇ ਰੁਝਾਨ ਵੀ ਸ਼ਾਮਲ ਨੇ। ਪੰਜਾਬ ਦੇ ਵਿੱਚ ਕਿਸ ਕਿਸਮ ਦੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਵਰਤਾਰਾ ਜਿਹੜਾ ਕਿਸਾਨਾਂ ਦਾ, ਮਜ਼ਦੂਰਾਂ ਦਾ, ਉਹ ਵੀ ਬੜਾ ਪੁਰਾਣਾ ਹੈ। ਇਹਨਾਂ ਦੇ ਕਾਰਨ ਕੀ ਰਹੇ ਨੇ? ਦੇਖੋ, ਦੇਸ਼ ਦੀ ਤਰੱਕੀ ਦੇ ਵਿੱਚ, ਦੇਸ਼ ਦੀ ਖੁਸ਼ਹਾਲੀ ਦੀਆਂ ਜਿਹੜੀਆਂ ਨੀਹਾਂ ਹੈ ਉਹਦੇ ਵਿੱਚ ਇਹਨਾਂ ਮਜ਼ਦੂਰਾਂ ਦਾ ਪਸੀਨਾ ਡੁੱਲਦਾ ਹੈਗਾ। ਬਿਲਕੁਲ। ਚਾਹੇ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਵੀ ਇਹ ਸਾਡੀ ਜਿਹੜੀ ਅਨਸਕਿਲਡ ਲੇਬਰ ਹੈ, ਖਾਸ ਕਰਕੇ ਜਿਹੜੀ ਅਨਆਰਗੇਨਾਈਜ਼ਡ ਸੈਕਟਰ ਹੈ ਉਹਦੀ ਲੇਬਰ ਹੈ, ਉਹ ਜ਼ਿਆਦਾ ਪੀੜਤ ਹੈ। ਉਹਦੀ ਜਿਹੜੀ ਕੰਡੀਸ਼ਨ ਹੈ ਉਹ ਜ਼ਿਆਦਾ ਨਰਕਮਈ ਹੈਗੀ ਹੈ। ਚਾਹੇ ਦੇਸ਼ ਨੂੰ ਬਣਾਉਣ ਦੀ ਗੱਲ ਹੋਵੇ, ਦੇਸ਼ ਦੀ ਖੁਸ਼ਹਾਲੀ ਦੀ ਗੱਲ ਹੋਵੇ, ਤਰੱਕੀ ਦੀ ਗੱਲ ਹੋਵੇ, ਚਾਹੇ ਦੇਸ਼ ਦੇ ਸਿਆਸੀ ਮਾਹੌਲ ਦੀ ਗੱਲ ਹੋਵੇ। ਆਪਾਂ ਜੇ ਕਿਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪੋਲਿੰਗ ਪਰਸੈਂਟੇਜ ਦੀ ਜਿਹੜੀ ਵੇਰਵੇ ਹੈ ਉਹਨਾਂ ਨੂੰ ਅਲੱਗ-ਅਲੱਗ ਵੰਨਗੀਆਂ ਦੇ ਵਿੱਚ ਪੇਸ਼ ਕਰਦਾ, ਤਬਕਾ ਵਾਈਜ਼ ਪੇਸ਼ ਕਰਦਾ, ਤਾਂ ਇਹ ਗੱਲ ਵੀ ਸਾਹਮਣੇ ਆਉਣੀ ਸੀ ਕਿ ਦੇਸ਼ ਦੀ ਵਿੱਚ ਜਦੋਂ ਵੀ ਵੋਟਾਂ ਪੈਂਦੀਆਂ, ਚਾਹੇ ਉਹ ਵਿਧਾਨ ਸਭਾ ਦੀਆਂ ਨੇ, ਚਾਹੇ ਉਹ ਸਾਡੀ ਪਾਰਲੀਮੈਂਟ ਦੀਆਂ ਚੋਣਾਂ ਨੇ, ਉਹਦੇ ਵਿੱਚ ਸਭ ਤੋਂ ਵੱਧ ਜਿਹੜੀ ਪੋਲਿੰਗ ਦਰ ਹੁੰਦੀ ਹੈ ਉਹ ਵੀ ਇਸ ਅਨਸਕਿਲਡ ਲੇਬਰ ਦੀ ਹੁੰਦੀ ਹੈ ਜਾਂ ਸਮਾਜ ਦੇ ਇਸ ਹੇਠਲੇ ਤਬਕੇ ਦੀ ਹੁੰਦੀ ਹੈ।
ਜਿਹੜਾ ਤਬਕਾ ਹਕੂਮਤਾਂ ਨੂੰ, ਵੱਖ-ਵੱਖ ਸਿਆਸੀ ਧਿਰਾਂ ਨੂੰ ਹਰ 5 ਵਰ੍ਹਿਆਂ ਬਾਅਦ ਰਾਜ ਭਾਗ ਬਖਸ਼ ਰਿਹਾ ਹੈ, ਮੁਲਕ ਨੂੰ ਤਰੱਕੀ ਬਖਸ਼ ਰਿਹਾ ਹੈ, ਤਾਂ ਉਸ ਦੀ ਆਪਣੀ ਹਾਲਤ ਇਹੋ ਜਿਹੀ ਹੈ ਕਿ ਅੱਜ ਸਾਡੇ ਮੁਲਕ ਦੇ ਵਿੱਚ ਜਦੋਂ ਪਿਛਲੇ ਵਰ੍ਹੇ ਦਾ ਜਿਹੜਾ ਅੰਕੜਾ ਹੈ 1,64,000 ਖੁਦਕੁਸ਼ੀਆਂ ਹੁੰਦੀਆਂ ਨੇ, ਉਹਦੇ ਵਿੱਚੋਂ 41,000 ਖੁਦਕੁਸ਼ੀਆਂ ਇਕੱਲੀਆਂ ਇਹ ਕੰਮ ਹੀ ਕਰਦੇ ਨੇ, ਇਹ ਕਿਰਤੀ ਲੋਕ ਕਰਦੇ ਨੇ। ਆਤਿਸ਼, ਤੁਸੀਂ ਦੇਖਿਆ ਹੋਏਗਾ ਕਿ ਵੈਸੇ ਤਾਂ ਸ਼ੁਰੂ ਤੋਂ ਹੀ ਕਿਰਤੀਆਂ ਦੀ ਜਿਹੜੀ ਹਾਲਤ ਇਸ ਕਿਸਮ ਦੀ ਹੈਗੀ ਹੈ, ਸਾਡੇ ਪੰਜਾਬੀ ਕਲਚਰ ਦੇ ਵਿੱਚ, ਸਾਡੇ ਗੀਤ ਸੰਗੀਤ ਦੇ ਵਿੱਚ ਕਿਰਤੀਆਂ ਦੀ ਮਾੜੀ ਹਾਲਤ ਬਾਰੇ, ਕਿਰਤੀਆਂ ਦੀ ਦੁਰਦਸ਼ਾ ਬਾਰੇ ਜਿਹੜੇ ਜ਼ਿਕਰ ਹੈ ਜਾਂ ਗੀਤ ਹੈ ਉਹ ਬਹੁਤ ਬਣੇ ਹੋਏ ਨੇ। ਜੀ ਬਿਲਕੁਲ, ਇਹ ਕੋਈ ਨਵੀਂ ਨਹੀਂ। ਜਿਵੇਂ ਆਪਾਂ ਕਹਿੰਦੇ ਨੇ ਕਿ ਇੰਦਰਾ ਗਾਂਧੀ ਨੇ ਗਰੀਬੀ ਹਟਾਓ ਮੁਹਿੰਮ ਚਲਾਈ, ਜਿਹੜੀਆਂ 5 ਸਾਲਾਂ ਯੋਜਨਾਵਾਂ ਬਣੀਆਂ ਉਹਨਾਂ ਦੇ ਵਿੱਚ ਇਹਨਾਂ ਦਾ ਜੀਵਨ ਪੱਧਰ ਸੁਧਾਰਨ ਦੇ ਲਈ ਗੱਲਾਂ ਹੁੰਦੀਆਂ ਰਹੀਆਂ ਨੇ, ਪਰ ਅੱਜ ਕਿਰਤੀ ਹੈ ਜਿਹੜੇ ਉੱਥੇ ਦੇ ਉੱਥੇ ਹੀ ਖੜੇ ਨੇ। ਅਸਲ 'ਚ ਕੀ ਹੈ ਕਿ ਸਾਡੇ ਜਿੰਨੇ ਸਾਡੇ ਮੁਲਕ ਦੇ ਵਿੱਚ ਤਰਾਸਦੀ ਸਾਡੀ ਇਹ ਹੈ ਕਿ ਜਿਹੜੀ ਸਾਡੇ ਹਿਊਮਨ ਰਿਸੋਰਸਿਸ ਹੈਗੇ ਨੇ ਉਹਨਾਂ ਨੂੰ ਪ੍ਰੋਪਰ ਯੂਟੀਲਾਈਜ਼ ਨਹੀਂ ਕੀਤਾ ਜਾਂਦਾ, ਉਹਨਾਂ ਦੀ ਜਿਹੜੀ ਵੈਲਿਊ ਹੈ ਉਹਦੇ ਵਿੱਚ ਨਹੀਂ ਵਾਧਾ ਕੀਤਾ ਜਾਂਦਾ। ਹੁਣ ਸਾਡੇ ਜਿੰਨੇ ਵੀ ਲੇਬਰ ਹੈ ਅਨਸਕਿਲਡ ਕੈਟਾਗਰੀ ਦੇ ਵਿੱਚ, ਉਹ ਸਾਰੇ ਅਨਪੜ੍ਹ ਨੇ ਜੀ ਜਾਂ ਅਨਪੜ੍ਹ ਵਰਗੇ ਨੇ। ਜਿਸ ਤਰ੍ਹਾਂ ਹੁਣ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਮਸ਼ੀਨੀ ਯੁੱਗ ਦੇ ਵਿੱਚ, ਖਾਸ ਕਰਕੇ ਜਦੋਂ ਦੀਆਂ ਨਿਊ ਇਕਨੋਮਿਕ ਪਾਲਿਸੀਜ਼ ਆਈਆਂ ਨੇ, ਸਾਡੇ ਦੇਸ਼ ਦਾ ਜਿਹੜਾ ਆਰਥਿਕ ਤਾਣਾ ਬਾਣਾ ਤਬਦੀਲ ਹੋਇਆ, ਉਹਦੀ ਨੇਚਰ ਤਬਦੀਲ ਹੋਈ ਹੈ, ਤਾਂ ਉਹਦੇ ਵਿੱਚ ਜਿਹੜੀ ਅਨਸਕਿਲਡ ਲੇਬਰ ਨੂੰ ਸਭ ਤੋਂ ਵੱਧ ਮਾਰ ਪਈ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਇਹਨਾਂ ਲੋਕਾਂ ਨੂੰ ਵੀ ਉਸੇ ਰੇਸ਼ੋ ਨਾਲ ਅਗਾਂਹ ਲੈ ਕੇ ਜਾਂਦੇ ਅਸੀਂ, ਪਰ ਅਸੀਂ ਇਹ ਬੈਲੈਂਸ ਹੈ ਜਿਹੜੀ ਉਹ ਬਣਾ ਨਹੀਂ ਪਾਏ। ਹੁਣ ਪਿਛਲੇ ਸਮੇਂ ਦੇ ਦੌਰਾਨ ਜਦੋਂ ਕੋਵਿਡ ਦਾ ਟਾਈਮ ਸੀਗਾ, ਉਦੋਂ ਅਸੀਂ ਦੇਖਿਆ ਕਿ ਸਭ ਤੋਂ ਵੱਧ ਜੇ ਝੱਲਿਆ ਤਾਂ ਉਹ ਮਜ਼ਦੂਰ ਵਰਗ ਨੇ ਝੱਲਿਆ। ਜੀ ਪੰਜਾਬ ਦੇ ਵਿੱਚੋਂ ਅਸੀਂ ਦੇਖਿਆ ਕਿ ਜਦੋਂ ਤਾਲਾਬੰਦੀ ਹੋ ਗਈ ਸੀਗੀ ਤੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਹੁਤ ਆਉਂਦੇ ਨੇ, ਤਾਂ ਕਿਸ ਤਰ੍ਹਾਂ ਉਹ ਪੈਦਲ ਚੱਲ ਕੇ ਹੋਰਨੀਆਂ ਕਈ ਸਟੇਟਾਂ ਦੇ ਵਿੱਚ ਦੇਖੋ, ਅਸੀਂ ਦੇਖਿਆ ਕਿ ਰੇਲ ਮਾਰਗਾਂ 'ਤੇ ਵਿਚਾਰੇ ਕੱਟੇ ਗਏ ਸੀਗੇ, ਪੈਰਾਂ 'ਚ ਛਾਲੇ ਪੈ ਗਏ ਸੀਗੇ, ਕਿਵੇਂ ਭੁੱਖਮਰੀ ਦੀ ਹਾਲਤ ਦੇ ਵਿੱਚ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਕੱਟਿਆ ਹੈਗਾ। ਉਸ ਤੋਂ ਪਹਿਲਾਂ ਨੋਟਬੰਦੀ ਆਈ ਸੀਗੀ, ਉਹਨੇ ਬਹੁਤ ਵੱਡੀ ਜਿਹੜੀ ਮਾਰ ਹੈ ਉਹ ਪਾਈ ਸੀਗੀ। ਤਾਂ ਇਹਨਾਂ ਗੱਲਾਂ ਦੇ ਵਿੱਚ ਖਾਸ ਕਰਕੇ ਇਹਨਾਂ 2 ਵਰ੍ਹਿਆਂ ਦੇ ਵਿੱਚ ਆਤਿਸ਼ ਜੋ ਦੇਖਦੇ ਹਾਂ ਤਾਲਾਬੰਦੀ ਵਾਲੇ, ਜਦੋਂ ਅਸੀਂ ਨਰੇਗਾ ਦੇ ਅੰਕੜਿਆਂ 'ਤੇ ਨਿਗਾਹ ਮਾਰਦੇ ਹਾਂ, ਜੇ ਨਰੇਗਾ ਤਾਲਾਬੰਦੀ ਤੋਂ ਪਹਿਲਾਂ, ਖਾਸ ਕਰਕੇ ਕੋਵਿਡ ਦੇ ਟਾਈਮ ਤੋਂ ਪਹਿਲਾਂ ਨਰੇਗਾ ਮਜ਼ਦੂਰਾਂ ਦੀ ਗਿਣਤੀ ਘੱਟ ਹੁੰਦੀ ਹੈ, ਇਹਨਾਂ 2 ਵਰ੍ਹਿਆਂ 'ਚ ਆ ਕੇ ਉਹਨਾਂ ਦੀ ਗਿਣਤੀ ਦੇ ਵਿੱਚ ਸਮੁੱਚੇ ਦੇਸ਼ ਦੇ ਵਿੱਚ 3-4 ਲੱਖ ਦਾ ਵਾਧਾ ਹੋ ਜਾਂਦਾ ਹੈ। ਜਦੋਂ ਕੋਵਿਡ ਖਤਮ ਹੁੰਦਾ ਉਹ ਫੇਰ ਗਿਣਤੀ ਘਟ ਜਾਂਦੀ ਹੈਗੀ ਹੈ। ਇਕੱਲਾ ਇਹ ਨਹੀਂ ਕਿ ਕਿਰਤੀਆਂ ਨੂੰ ਮਾਰ ਪਈ ਹੈ, ਜਿਹੜੇ ਛੋਟੇ ਦੁਕਾਨਦਾਰ ਸੀ ਪਰਚੂਨ ਵਾਲੇ, ਉਹਨਾਂ ਨੂੰ ਮਾਰ ਪਈ ਹੈ। ਜੇ ਕੋਈ ਫਲਾਂ ਦੀ ਦੁਕਾਨ ਕਰਦਾ ਸੀ ਉਹ ਫਲਾਂ ਦੀ ਰੇਹੜੀ 'ਤੇ ਆ ਗਿਆ, ਜਿਹੜਾ ਰੇਹੜੀ ਵਾਲਾ ਸੀ ਉਹ ਮਜ਼ਦੂਰੀ 'ਤੇ ਆ ਗਿਆ। ਤਾਂ ਲੋੜ ਇਸ ਗੱਲ ਦੀ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਲੋਕਾਂ ਲਈ ਜਿਹੜੀ ਕੰਮ ਦੀਆਂ ਕੰਡੀਸ਼ਨ ਹੈ ਜਿਹੜੀਆਂ ਉਹ ਪੈਦਾ ਕਰਨੀਆਂ ਪੈਣਗੀਆਂ। ਬੰਦਾ ਆਤਮ ਹੱਤਿਆ ਕਰਦਾ ਕਦੋਂ ਹੈ? ਜਦੋਂ ਉਹ ਘੋਰ ਨਿਰਾਸ਼ਾ ਦੇ ਆਲਮ ਦੇ ਵਿੱਚ ਦੀ ਗੁਜ਼ਰ ਰਿਹਾ ਹੁੰਦਾ ਹੈ, ਜਦੋਂ ਉਹਦੇ ਹੱਥ ਦੇ ਵਿੱਚ ਕੁਛ ਨਹੀਂ ਹੁੰਦਾ, ਕਿਉਂਕਿ ਮਜ਼ਦੂਰ ਬੰਦਾ ਤਾਂ ਉਹਨੇ ਤਾਂ ਦਿਨ ਦੀ ਦਿਹਾੜੀ ਕਮਾਉਣੀ ਹੈ, ਉਸੇ ਨਾਲ ਹੀ ਉਹ ਆਪਣਾ ਪੇਟ ਪਾਲਦਾ, ਉਸੇ ਨਾਲ ਹੀ ਆਪਣਾ ਚੁੱਲ੍ਹਾ ਬਾਲਦਾ ਹੈ। ਉਹ ਜਦੋਂ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਖਤਮ ਹੋ ਜਾਂਦੇ ਨੇ, ਜੇ ਰੁਜ਼ਗਾਰ ਮਿਲਦਾ ਤਾਂ ਉਹਨਾਂ ਨੂੰ ਜਿਹੜੀ ਢੁਕਵੀਂ ਜਿਹੜੀ ਉਜਰਤ ਹੈ ਉਹ ਨਹੀਂ ਮਿਲਦੀ। ਚਾਹੇ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣੇ ਹੋਏ ਨੇ, ਅਸੀਂ ਕਹਿੰਦੇ ਕਿ ਹਰ ਜ਼ਿਲ੍ਹੇ ਦੇ ਵਿੱਚ DC ਹੈ ਉਹ ਜਿਹੜੀ ਅਨਸਕਿਲਡ ਲੇਬਰ ਹੈ ਉਹ DC ਰੇਟ ਤੈਅ ਕਰਦਾ ਹੈਗਾ, ਪਰ DC ਰੇਟ ਲਾਗੂ ਕਿੱਥੇ ਹੁੰਦੇ ਨੇ? ਬਿਲਕੁਲ, ਉਹ ਆਪਾਂ ਕਹਿੰਦੇ ਨੇ ਕਿ ਸਰਕਾਰੀ ਅਦਾਰਿਆਂ 'ਚ ਤਾਂ ਲਾਗੂ ਹੋ ਸਕਦੇ ਨੇ ਕਿ DC ਰੇਟ 'ਤੇ ਕੋਈ ਕੰਮ ਆ ਰੱਖਿਆ ਹੈਗਾ, ਯੂਨੀਵਰਸਿਟੀਆਂ ਕਾਲਜਾਂ 'ਚ ਲਾਗੂ ਹੋ ਸਕਦੇ ਨੇ, ਪਰ ਜੇ ਐਗਰੀਕਲਚਰ ਦੇ ਵਿੱਚ ਕਿਤੇ ਲਾਗੂ ਨਹੀਂ, ਪ੍ਰੈਕਟੀਕਲੀ ਨਹੀਂ ਹੁੰਦੇ। ਇਸ ਤਰ੍ਹਾਂ ਜਿਹੜਾ ਇੰਡਸਟਰੀ ਦੇ ਵਿੱਚ ਕਿਤੇ ਪ੍ਰੈਕਟੀਕਲੀ ਲਾਗੂ ਨਹੀਂ ਹੁੰਦੇ। ਤਾਂ ਇਸੇ ਕਰਕੇ ਪਹਿਲਾਂ ਤਾਂ ਇਹ ਹੈ ਕਿ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ, ਸੈਕਿੰਡ ਉਹਨਾਂ ਲਈ ਜਿਹੜੀ ਉਜਰਤ ਹੈ ਉਹਦੇ ਵਿੱਚ ਉਹਨੂੰ ਸਟੇਬਲ ਕਰਨਾ। ਜਿਵੇਂ ਹੁਣ ਮਹਿੰਗਾਈ ਬਹੁਤ ਵੱਧ ਗਈ ਹੈ, ਪਰ ਦਿਹਾੜੀ ਉਸ ਰੇਸ਼ੋ ਨਾਲ ਨਹੀਂ ਵਧੀ। ਇਹਦੇ ਨਾਲ ਕੀ ਹੋਇਆ ਕਿ ਸਾਡੀ ਸੋਸਾਇਟੀ ਦੇ ਵਿੱਚ ਇੱਕ ਇਨਕੁਐਲਿਟੀ ਵੀ ਪੈਦਾ ਹੋਈ ਹੈ ਪਿਛਲੇ, ਬਿਲਕੁਲ, ਚਾਹੇ ਉਹ ਸਮਾਜਿਕ ਹੋਵੇ ਚਾਹੇ ਉਹ ਆਰਥਿਕ ਹੋਵੇ। ਜਿਵੇਂ ਕਿਹਾ ਜਾਂਦਾ ਹੈ ਕਿ ਨਾ ਕਿ ਇੱਕ ਆਦਮੀ ਦੀ ਅਮੀਰੀ ਪਿੱਛੇ ਲੱਖਾਂ ਦੀ ਗਰੀਬੀ ਛੁਪੀ ਹੁੰਦੀ ਹੈ। ਹੁਣ ਸਾਡੇ ਕੋਲ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ ਕੋਈ ਕਹਿੰਦੇ ਨੇ ਕਿ ਅਸੀਂ ਵਰਲਡ ਦੇ ਵਿੱਚੋਂ 3 ਨੰਬਰ 'ਤੇ ਆ ਗਏ, ਅਸੀਂ ਵਰਲਡ ਦੇ ਵਿੱਚੋਂ 4ਥੇ ਨੰਬਰ 'ਚ ਆ ਗਏ, ਪਰ ਸਾਡੀ ਲੇਬਰ ਕਿੱਥੇ ਆ ਗਈ? ਜਦੋਂ ਕੋਵਿਡ ਦਾ ਟਾਈਮ ਸੀ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਫਤ ਅਨਾਜ ਦੇਣ ਦਾ ਐਲਾਨ ਕੀਤਾ। 80 ਕਰੋੜ ਦੀ ਆਬਾਦੀ ਨੂੰ ਅਸੀਂ ਮੁਫਤ ਅਨਾਜ ਦੇ ਰਹੇ ਹਾਂ, ਪਰ ਅਸੀਂ ਮੁਫਤ ਅਨਾਜ ਤਾਂ ਦੇ ਰਹੇ ਹਾਂ, ਪਰ ਉਹਨਾਂ ਨੂੰ ਜਿਉਣਯੋਗ ਜਿਹੜੀਆਂ ਕੰਡੀਸ਼ਨਸ ਹੈਗੀਆਂ ਨੇ ਉਹ ਨਹੀਂ ਮੁਹੱਈਆ ਕਰਾ ਰਹੇ। ਸੋ ਲੋੜ ਇਸ ਗੱਲ ਦੀ ਹੈ ਕਿ ਖੁਦਕਸ਼ੀਆਂ ਦਾ ਰੁਝਾਨ ਹੈ ਜਿਹੜਾ
ਉਹ ਰੁਕੇ, ਉਹਨੂੰ ਠੱਲ ਪਵੇ। ਜਿਹੜੀ ਸਾਡੀ ਚਾਹੇ ਐਗਰੀਕਲਚਰ ਸੈਕਟਰ ਦੀ ਗੱਲ ਕਰੀਏ, ਚਾਹੇ ਇੰਡਸਟਰੀ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਬੈਲੈਂਸ ਬਣਾ ਕੇ ਇਹਨਾਂ ਲੋਕਾਂ ਨੂੰ ਜਿਹੜੇ ਅਨਸਕਿਲਡ ਹੈਗੇ ਹੈ, ਇਹਨਾਂ ਨੂੰ ਵੀ ਕੋਈ ਰੁਜ਼ਗਾਰ ਵੀ ਮੁਹੱਈਆ ਕਰਾਈਏ, ਐਜੂਕੇਸ਼ਨ ਵੀ ਮੁਹੱਈਆ ਕਰਾਈਏ। ਇਹਦੇ ਨਾਲ ਜਿਹੜੀਆਂ ਹੋਰ ਇਹਨਾਂ ਨੂੰ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਨੇ ਉਹ ਵੀ ਦਿੱਤੀਆਂ ਜਾਣ। ਕਿਉਂਕਿ ਹੁਣ ਤਾਂ ਜਦੋਂ ਬੰਦਾ ਥੱਕ ਹਾਰ ਜਾਂਦਾ, ਜਦੋਂ ਉਹਨੂੰ ਲੱਗਦਾ ਹੈ ਕਿ ਮੇਰਾ ਚੁੱਲ੍ਹਾ ਅੱਜ ਠੰਡਾ ਰਹਿ ਜਾਣਾ ਹੈ ਅਤੇ ਬੱਚਿਆਂ ਨੇ ਅੱਜ ਰੋਟੀ ਮੰਗਣੀ ਹੈਗੀ ਹੈ, ਤਾਂ ਉਹਦੇ ਪੱਲੇ ਜਦੋਂ ਨਿਰਾਸ਼ਾ ਦੇ ਵਿੱਚ ਘਿਰ ਜਾਂਦਾ, ਉਦਾਸੀ 'ਚ ਘਿਰ ਜਾਂਦਾ ਹੈ, ਜਦੋਂ ਇੱਕ ਨਾ ਉਮੀਦੀ ਵਾਲਾ ਇਨਵਾਇਰਨਮੈਂਟ ਬਣ ਜਾਂਦਾ ਹੈ, ਤਾਂ ਉਹ ਇਹੋ ਜਿਹਾ ਕਦਮ ਹੈ ਜਿਹੜਾ ਉਦੋਂ ਚੁੱਕਦਾ ਹੈ। ਸੋ NCRB ਜਿਹੜੀ ਰਿਪੋਰਟ ਜ਼ਾਹਰ ਹੋਈ ਹੈ 16 ਅਗਸਤ ਨੂੰ, ਤਾਂ ਉਹਦੇ ਅੰਕੜੇ ਸੱਚਮੁੱਚੇ ਸਾਨੂੰ ਡਰਾਉਣ ਵਾਲੇ ਨੇ ਔਰ ਸਰਕਾਰਾਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੈ। ਤਾਂ ਲੋੜ ਇਸ ਗੱਲ ਦੀ ਹੈ ਕਿ ਸਰਕਾਰਾਂ ਇਹਨਾਂ ਅੰਕੜਿਆਂ ਦੇ ਆਧਾਰ 'ਤੇ ਅਗਲੀਆਂ ਪਾਲਿਸੀਆਂ ਬਣਾਉਣ, ਤਾਂ ਕਿ ਅਗਲੀ ਰਿਪੋਰਟ ਦੇ ਵਿੱਚ ਜਦੋਂ ਆਵੇ ਤਾਂ ਉਹਦੇ ਵਿੱਚ ਇਸ ਕਿਸਮ ਦੀ ਜਿਹੜੀ ਤਸਵੀਰ ਹੈ ਦਿਹਾੜੀਦਾਰ ਕਾਮਿਆਂ ਦੀ ਨਾ ਉਭਰੇ। ਚਰਨਜੀਤ ਜੀ, ਤੁਸੀਂ ਦਿਹਾੜੀਦਾਰ ਕਾਮਿਆਂ ਦੀ, ਮਜ਼ਦੂਰਾਂ ਦੀ ਜੋ ਮੌਜੂਦਾ ਹਾਲਤ ਹੈ ਉਹ ਬਿਆਨ ਕੀਤੀ ਹੈ ਕਿ ਕਿਹੋ ਜਿਹੇ ਹਾਲਾਤ 'ਚੋਂ ਗੁਜ਼ਰ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਸਰਕਾਰਾਂ ਨੂੰ ਇਹਨਾਂ ਦੇ ਜੀਵਨ ਜਿਉਣ ਦਾ ਪੱਧਰ ਹੈ ਉਸ 'ਚ ਸੁਧਾਰ ਕਰਨ ਲਈ ਕਹਿ ਦਈਏ, ਜਾਂ ਇਹਨਾਂ ਦੇ ਜੀਵਨ ਜਿਉਣ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਿਸ ਤਰ੍ਹਾਂ ਦੀ ਜਿਹੜੇ ਹੈਗੇ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ, ਕੀ ਬਦਲਾਅ ਕਰਨੇ ਚਾਹੀਦੇ? ਦੇਖੋ ਆਤਿਸ਼, ਦੋ ਪਹਿਲੂਆਂ 'ਤੇ ਗੱਲ ਕੀਤੀ ਜਾ ਸਕਦੀ ਹੈ। ਇੱਕ ਤਾਂ ਇਹ ਹੈਗੀ ਹੈ ਕਿ ਸਰਕਾਰੀ ਪੱਧਰ 'ਤੇ ਕੀ ਹੋ ਸਕਦਾ ਹੈ, ਦੂਸਰਾ ਹੈਗਾ ਕਿ ਸਮਾਜਿਕ ਪੱਧਰ 'ਤੇ ਕੀ ਕਦਮ ਹੈ ਜਿਹੜੇ ਉਹ ਚੁੱਕੇ ਜਾ ਸਕਦੇ ਆ, ਕਿਸ ਕਿਸਮ ਦਾ ਵਾਤਾਵਰਨ ਮਾਹੌਲ ਹੈ ਜਿਹੜਾ ਦਿੱਤਾ ਜਾ ਸਕਦਾ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਇਹਨਾਂ ਕਿਰਤੀਆਂ ਕਾਮਿਆਂ ਦੇ ਲਈ ਜਿਹੜੇ ਮੌਜੂਦਾ ਸਾਡੇ ਠੋਸ ਕਾਨੂੰਨ ਬਣੇ ਹੋਏ ਸੀ, ਲੇਬਰ ਲਾਜ਼ ਬਣੇ ਹੋਏ ਸੀਗੇ, ਕਿ ਉਹਨਾਂ ਨੂੰ ਵਿੱਚ ਅਸੀਂ ਜਿੱਥੇ ਕੋਈ ਹੋਰ ਸੁਧਾਰ ਦੀ ਗੁੰਜਾਇਸ਼ ਸੀ ਉਹ ਕਰਕੇ ਅਸੀਂ ਲੈ ਕੇ ਆਉਂਦੇ। ਪਰ ਪਿਛਲੇ ਟਾਈਮ ਦੇ ਵਿੱਚ ਜਿਹੜੇ ਹੈਗੇ ਲੇਬਰ ਕੋਡ ਹੈ ਜਿਹੜੇ 4 ਉਹ ਬਣਾਏ ਗਏ ਨੇ, ਲਾਗੂ ਕੀਤੇ ਗਏ ਨੇ, ਉਹਨਾਂ ਦੇ ਵਿੱਚ ਜਿਹੜੀ ਤਸਵੀਰ ਹੈ, ਬਲਕਿ ਉਹ ਜ਼ਿਆਦਾ ਸਾਨੂੰ ਫੇਰ ਲੱਗਦਾ ਕਿ ਲੇਬਰ ਦੀ ਜਿਹੜੀ ਇੰਟਰਸਟ ਹੈ ਉਹਨਾਂ ਨੂੰ ਨਹੀਂ ਬਾਚ ਕੀਤਾ ਗਿਆ। ਜਿਹੜੇ ਪੁਰਾਣੇ ਸਾਡੇ ਕੋਲ 29-30 ਤਰ੍ਹਾਂ ਦੇ ਕਾਨੂੰਨ ਲੇਬਰ ਦੀ ਪ੍ਰੋਟੈਕਸ਼ਨ ਵਾਲੇ ਸੀ, ਚਾਹੇ ਲੇਬਰ ਕੋਰਟਾਂ ਵੀ ਸੀ ਸਾਡੇ ਉਹਨਾਂ ਦੇ ਤਹਿਤ ਬਣੀਆਂ ਹੋਈਆਂ, ਉਹਨਾਂ ਦੀ ਸਾਂ ਹੁਣ ਲੇਬਰ ਜਿਹੜੇ ਟ੍ਰਿਬਿਊਨਲ ਹੈ ਜਿਹੜੇ ਉਹ ਸੂਬਿਆਂ ਦੇ ਵਿੱਚ ਵੀ ਅਤੇ ਸੈਂਟਰ ਕੌਮੀ ਪੱਧਰ 'ਤੇ ਵੀ ਬਣਾਇਆ ਜਾਣਾ ਹੈਗਾ। ਪਹਿਲਾਂ ਵਾਲੇ ਜਿਹੜੇ ਕਾਨੂੰਨ ਬਣੇ ਹੋਏ ਸੀ ਉਹ ਸਿਹਦਤ ਸੀਗੇ ਕਿ ਉਹਦੇ ਵਿੱਚ ਟੋਟਲੀ ਜਿਹੜੇ ਦਿਹਾੜੀਦਾਰ ਕਾਮੇ ਸੀਗੇ ਜਾਂ ਮਜ਼ਦੂਰ ਸੀ ਉਹਦਾ ਇੰਟਰਸਟ ਬਾਚ ਕੀਤਾ ਗਿਆ ਸੀਗਾ ਔਰ ਮਾਲਕ ਦਾ ਇੰਟਰਸਟ ਬਾਚ ਕੀਤਾ ਗਿਆ ਸੀ। ਇੱਕ ਬੈਲੈਂਸ ਦੀ ਸਮਤੋਲ ਵਾਲੀ ਪੋਜੀਸ਼ਨ ਹੈ ਉਹ ਲਈ ਹੋਈ ਸੀ। ਹੁਣ ਜਿਹੜੇ ਨਵੇਂ ਲੇਬਰ ਕੋਡ ਬਣੇ ਹੈਗੇ ਨੇ ਇਹਦੇ ਵਿੱਚ ਆਤਿਸ਼ ਜਿਹੜਾ ਉਹਨਾਂ ਦਾ ਝੁਕਾਓ ਹੈ ਜਿਹੜਾ ਉਹ ਕਾਰਪੋਰੇਟ ਵੱਲ ਜਾਂਦਾ ਹੈਗਾ, ਉਹ ਜਿਹੜੇ ਕਾਰਪੋਰੇਟ ਦੇ ਹੱਥ ਮਜ਼ਬੂਤ ਕਰਦਾ ਹੈ। ਜੇ ਤਾਂ ਅਸੀਂ ਇਹਨਾਂ ਅੰਕੜਿਆਂ 'ਤੇ ਤੱਥਾਂ 'ਤੇ ਨਜ਼ਰ ਮਾਰਦੇ ਹਾਂ ਤਾਂ ਲੋੜ ਤਾਂ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਇਸ ਦੁਰਦਸ਼ਾ ਦੇ ਵਿੱਚੋਂ ਮਜ਼ਦੂਰਾਂ ਨੂੰ ਕੱਢੀਏ, ਉਹਨਾਂ ਨੂੰ ਇੱਕ ਵਧੀਆ ਹਾਲਾਤਾਂ ਦੇ ਵਿੱਚ ਲੈ ਕੇ ਜਾਈਏ ਤਾਂ ਕਿ ਚੰਗਾ ਜੀਵਨ ਬਸਰ ਕਰ ਸਕਣ। ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹ ਇਹਨਾਂ ਸੁਧਾਰਾਂ ਦੇ ਜ਼ਰੀਏ ਆਪਣੀ ਜੀਵਨ ਬਣਾ ਸਕਣ। ਪਰ ਹੋ ਉਲਟ ਰਿਹਾ ਹੈਗਾ। ਇਸ ਤਰ੍ਹਾਂ ਪਹਿਲੀ ਗੱਲ ਜਿਵੇਂ ਪਹਿਲਾਂ ਆਪਾਂ ਕੀਤੀ ਹੈਗੀ ਹੈ ਕਿ ਉਹਨਾਂ ਲਈ ਉਸ ਤਰ੍ਹਾਂ ਦੇ ਇੰਪਲੋਇਮੈਂਟ ਜਨਰੇਟ ਕਰਨੀ, ਫਿਰ ਉਹਨਾਂ ਦੀ ਇੰਪਲੋਇਮੈਂਟ ਦੀ ਜਿਹੜੀ ਸਿਕਿਉਰ ਕਰਨੀ, ਉਹਨਾਂ ਦੀਆਂ ਉਜਰਤਾਂ ਜਿਹੜੀਆਂ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ, ਚਾਹੇ ਉਹ ਇੰਡਸਟਰੀਅਲ ਖੇਤਰ ਦੇ ਵਿੱਚ ਹੁੰਦੀ ਹੈ, ਚਾਹੇ ਐਗਰੀਕਲਚਰ ਸੈਕਟਰ ਦੇ ਵਿੱਚ ਹੁੰਦੀ ਹੈ, ਉਹ ਐਕਸਪਲੋਇਟੇਸ਼ਨ ਨੂੰ ਵੀ ਰੋਕਿਆ ਜਾਣਾ ਬਣਦਾ ਹੈਗਾ। ਬਹੁਤ ਸਾਰੀਆਂ ਸਕੀਮਾਂ ਆਤਿਸ਼ ਬਣੀਆਂ ਹੋਈਆਂ ਨੇ ਕਿ ਜਿਹੜੀਆਂ ਮਜ਼ਦੂਰਾਂ ਦੀ ਭਲਾਈ ਦੇ ਲਈ, ਜਿਸ ਤਰ੍ਹਾਂ 1996 ਦੇ ਵਿੱਚ ਜਿਹੜਾ ਕੰਸਟਰਕਸ਼ਨ ਵਰਕਰ ਲੇਬਰ ਐਕਟ ਬਣਿਆ ਸੀ ਉਹਦੇ ਤਹਿਤ ਲੇਬਰ ਸੈਸ ਹੈ ਜਿਹੜਾ ਲਾਇਆ ਗਿਆ ਸੀ। ਉਹਦਾ ਮਤਲਬ ਹੀ ਇਹ ਸੀ ਕਿ ਮਜ਼ਦੂਰ ਖਾਸ ਕਰਕੇ ਜਿਹੜੇ ਉਸਾਰੀ ਦੇ ਵਿੱਚ ਲੱਗੇ ਹੋਏ ਕਾਮੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕੇ, ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਭਲਾਈ ਸਕੀਮਾਂ ਬਹੁਤ ਚਲਾਈਆਂ ਸੀਗੀਆਂ। 25 ਸਾਲ ਹੋ ਗਏ ਉਸ ਨੂੰ ਲਾਗੂ ਹੋਏ ਨੂੰ। ਹੁਣ ਜਦੋਂ ਵੀ ਕੋਈ ਉਸਾਰੀ ਦਾ ਕੰਮ ਚੱਲਦਾ ਹੈਗਾ, ਕੋਈ ਵੀ ਕੰਪਨੀ ਹੈ, ਕੰਸਟਰਕਸ਼ਨ ਕੰਪਨੀ ਹੈ, ਉਹਨੂੰ ਟੋਟਲ ਜਿਹੜਾ ਨਿਵੇਸ਼ ਕਰਦਾ ਹੈਗਾ ਉਹਦੇ ਵਿੱਚ ਲਾਉਂਦਾ ਪੈਸਾ, ਉਹਦਾ 1% ਹੈ ਜਿਹੜਾ ਉਹ ਲੇਬਰ ਸੈਸ ਦੇਣਾ ਪੈਂਦਾ ਹੈ। ਤਾਂ ਅਸੀਂ ਹੁਣ ਜਿਹੜਾ ਤਾਜ਼ਾ ਅੰਕੜਾ ਉੱਭਰ ਕੇ ਸਾਡੇ ਸਾਹਮਣੇ ਆਇਆ ਕਿ ਪਿਛਲੇ 25 ਸਾਲ ਦੇ ਵਿੱਚ 78,000 ਕਰੋੜ ਰੁਪਈਆ ਜਿਹੜਾ ਉਹ ਲੇਬਰ ਸੈਸ ਦਾ ਇਕੱਠਾ ਹੋਇਆ। ਹੁਣ ਇਹ 78,000 ਕਰੋੜ ਪੂਰੇ ਸਮੁੱਚੇ ਮੁਲਕ ਦੇ ਮਜ਼ਦੂਰਾਂ ਦੀ ਭਲਾਈ 'ਤੇ ਲੱਗਣਾ ਸੀ, ਉਹਨਾਂ ਦੀ ਪਰਿਵਾਰਾਂ ਦੀ ਬਿਹਤਰੀ 'ਤੇ ਲੱਗਣਾ ਸੀ। ਪਰ ਆਤਿਸ਼ ਹੈਰਾਨ ਹੋਣਗਾ ਤੁਸੀਂ, ਆਪਣੇ ਦਰਸ਼ਕਾਂ ਨੂੰ ਵੀ ਹੈਰਾਨੀ ਹੋਊ ਇਸ ਗੱਲ ਦੀ ਕਿ 78,000 ਕਰੋੜ ਦੇ ਵਿੱਚੋਂ ਜਿਹੜਾ 43,000 ਕਰੋੜ ਰੁਪਈਆ ਅਜੇ ਤੱਕ ਅਨਵਰਤਿਆ ਪਿਆ, ਅਨਸਪੈਂਡ ਪਿਆ, ਜਿਹੜਾ ਕਿ ਸਮੁੱਚੇ ਦਾ ਤਕਰੀਬਨ 55% ਬਣ ਜਾਂਦਾ ਹੈਗਾ। ਅੱਛਾ, ਹੁਣ ਉਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਕਿ ਜਿਵੇਂ ਪੰਜਾਬ ਕੋਲ ਵੀ ਬਹੁਤ ਸਾਰਾ ਪੈਸਾ ਜਿਹੜਾ ਅਨਸਪੈਂਡ ਪਿਆ ਹੈਗਾ, ਅਤੇ ਜੇ ਤਾਂ ਸੁਪਰੀਮ ਕੋਰਟ ਨੇ ਇੱਕ ਆਰਡਰ ਕੀਤੇ ਹੋਏ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਇਹ ਲੇਬਰ ਸੈਸ ਦਾ ਪੈਸਾ ਹੈ ਇਹ ਕਿਤੇ ਹੋਰ ਨਹੀਂ ਯੂਜ਼ ਹੋ ਸਕੇਗਾ।
ਵਰਤਿਆ ਨਹੀਂ ਜਾ ਸਕੇਗਾ, ਉਹਦਾ ਅਲੱਗ ਇੱਕ ਅਕਾਊਂਟ ਹੈ। ਹੁਣ ਜੇ ਸੁਪਰੀਮ ਕੋਰਟ ਦਾ ਇਹ ਡੰਡਾ ਨਾ ਹੁੰਦਾ ਤਾਂ ਸਾਡੀਆਂ ਸਰਕਾਰਾਂ ਨੇ ਕੀ ਕਰਨਾ ਸੀ? ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੀਆਂ ਹਕੂਮਤਾਂ ਦੇ ਵਿੱਚ ਚੱਲਦਾ ਰਿਹਾ ਹੈ, ਉਹਨਾਂ ਨੇ ਇਹੀ ਪੈਸਾ ਜਿਹੜਾ ਦੂਜੇ ਪਾਸੇ ਵਰਤ ਲੈਣਾ ਸੀ। ਬਿਲਕੁਲ। ਹੁਣ ਸਾਡੇ ਕੋਲ ਜਿੱਥੇ ਪੰਜਾਬ ਦੇ ਵਿੱਚ ਵੀ, ਹਰਿਆਣੇ 'ਚ ਵੀ, ਸਾਰੇ ਸੂਬਿਆਂ 'ਚ ਗੁਸਤਾਖੀ ਮਾਂ, ਇਹ ਪੈਸਾ ਅਣਵਰਤਿਆ ਪਿਆ ਹੈ। ਇਹ ਜਿਹੜੇ ਬਜ਼ੁਰਗ ਕਾਮੇ ਹੈ ਉਹਨਾਂ ਲਈ ਪੈਨਸ਼ਨ ਸਕੀਮ ਹੈ, ਉਹਨਾਂ ਦੇ ਬੱਚਿਆਂ ਦੇ ਵਿਆਹਾਂ ਦੇ ਲਈ ਸ਼ਗਨ ਸਕੀਮ ਹੈ, ਉਹਨਾਂ ਦੇ ਬੱਚੀਆਂ ਲਈ ਜਿਹੜੀ ਵਜੀਫਾ ਸਕੀਮ ਹੈ, ਇਸ ਕਿਸਮ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ। ਪਰ ਲੋੜ ਗੱਲ ਇਸ ਗੱਲ ਦੀ ਹੈ ਕਿ ਜਿੱਥੇ ਲੇਬਰ ਸੈਸ ਸਾਡੀਆਂ ਸਰਕਾਰਾਂ ਇਕੱਠਾ ਤਾਂ ਕਰ ਲੈਂਦੀਆਂ ਨੇ, ਪਰ ਮਜ਼ਦੂਰਾਂ ਦੀ ਵੇਤਰੀ ਦੇ ਉੱਪਰ ਪੈਸਾ ਜਿਹੜਾ ਲਾਇਆ ਨਹੀਂ ਜਾਂਦਾ। ਹੁਣ ਜਦੋਂ ਆਪਾਂ ਖੁਦਕੁਸ਼ੀਆਂ ਦੀ ਗੱਲ ਕੀਤੀ ਹੈਗੀ ਹੈ ਤਾਂ ਇਹਦੇ ਵਿੱਚ ਪੰਜਾਬ ਦੀ ਜਦੋਂ ਆਪਾਂ ਨਜ਼ਰ ਮਾਰਦੇ ਹੈਗੇ ਆ ਤਾਂ ਪੰਜਾਬ ਦੇ ਵਿੱਚ ਇੱਕ ਬੜਾ ਡਰਾਉਣਾ ਅੰਕੜਾ ਸਾਹਮਣੇ ਆਇਆ ਹੈ ਕਿ ਸਮੁੱਚੇ ਮੁਲਕ ਦੇ ਵਿੱਚੋਂ ਪੰਜਾਬ ਇੱਕ ਬਹੁਤ ਐਸਾ ਇੱਕ ਸੂਬਾ ਹੈਗਾ ਜਿੱਥੇ 40% ਤੋਂ ਉੱਪਰ 42% ਦੇ ਕਰੀਬ ਲੋਕ ਇਸ ਕਰਕੇ ਖੁਦਕੁਸ਼ੀ ਕਰ ਜਾਂਦੇ ਨੇ ਕਿ ਉਹ ਇਲਨੈਸ ਦਾ ਟਾਕਰਾ ਨਹੀਂ ਕਰ ਸਕਦੇ, ਬਿਮਾਰੀ ਦੇ ਹਾਲਾਤਾਂ ਦਾ ਟਾਕਰਾ ਨਹੀਂ ਕਰ ਸਕਦੇ। ਉਹਦੇ 'ਚ ਡਿਪਰੈਸ਼ਨ ਦੇ ਪੇਸ਼ੈਂਟ ਵੀ ਹੋ ਸਕਦੇ ਹੈ, ਕੈਂਸਰ ਦੇ ਪੇਸ਼ੈਂਟ ਵੀ ਹੋ ਸਕਦੇ ਨੇ, ਹੋਰ ਵੀ ਹੋ ਸਕਦੇ ਨੇ। ਉਹਦਾ ਕਾਰਨ ਕੀ ਹੈ? ਅਲਟੀਮੇਟਲੀ ਉਹ ਵੀ ਜਾ ਕੇ ਆਰਥਿਕਤਾ ਦੇ ਨਾਲ ਹੀ ਜੁੜਦਾ ਹੈਗਾ, ਕਿਉਂਕਿ ਗਰੀਬ ਬੰਦਾ ਜਦੋਂ ਉਹਦੇ ਕੋਲੇ ਮਤਲਬ ਦਿਨ ਦਾ ਗੁਜ਼ਾਰਾ ਕਰਨ ਦੇ ਲਈ ਰੋਟੀ ਰੋਜੀ ਦਾ ਕੋਈ ਸਾਧਨ ਨਹੀਂ ਹੈਗਾ ਅਤੇ ਇਲਾਜ ਇੰਨਾ ਮਹਿੰਗਾ ਹੈਗਾ, ਉਹ ਨਹੀਂ ਕਰਾ ਸਕਦਾ, ਤਾਂ ਇਹਨਾਂ ਹਾਲਾਤਾਂ ਦੇ ਵਿੱਚ ਉਹ ਜਿਹੜਾ ਉਦਾਸੀ ਵੱਲ ਚਲਾ ਜਾਂਦਾ ਹੈ। ਅਲਟੀਮੇਟਲੀ ਉਹ ਜਿਹੜਾ ਕਦਮ ਉਠਾ ਲੈਂਦਾ ਹੈਗਾ। ਪਰ ਜਦੋਂ ਆਪਾਂ ਹੱਲ ਦੀ ਗੱਲ ਕਰਦੇ ਹਾਂ ਸਮਾਜਿਕ ਤੌਰ 'ਤੇ, ਤਾਂ ਦੇਖਿਆ ਜਾਵੇ ਕਿ ਪੰਜਾਬ ਦਾ ਜਿਹੜਾ ਅਤਿਸ਼ ਚਾਹੇ ਸਾਡੇ ਕਿਸਾਨ ਮਜ਼ਦੂਰ ਵੀ ਬਹੁਤ ਵੱਡੀ ਪੱਧਰ 'ਤੇ ਖੁਦਕੁਸ਼ੀਆਂ ਕਰ ਰਹੇ ਨੇ, ਪੰਜਾਬ ਦਾ ਜਿਹੜਾ ਸਾਡਾ ਇਤਿਹਾਸ ਹੈ, ਸਾਡਾ ਕਲਚਰ ਹੈ ਜਿਹੜਾ, ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਕਿਉਂਕਿ ਪੰਜਾਬੀਆਂ ਨੇ ਤਾਂ ਕੋਈ ਇਹ ਨਹੀਂ ਕਿ ਅੱਜ, ਇਹਨਾਂ ਨੇ ਤਾਂ ਪੁਰਾਣੇ ਸਮਿਆਂ ਤੋਂ ਆਪਾਂ ਹਿਸਟਰੀ ਪੜ੍ਹਦੇ ਹੈਗੇ ਆ ਕਿ ਪੈਰ ਪੈਰ 'ਤੇ ਔਕੜਾਂ ਜਿਹੜੀਆਂ ਝੱਲੀਆਂ ਨੇ, ਕਿਵੇਂ ਇਹਨਾਂ ਨੇ ਜ਼ਬਰ ਦਾ, ਜ਼ੁਲਮ ਦਾ ਟਾਕਰਾ ਕੀਤਾ ਮਾੜੇ ਹਾਲਾਤਾਂ ਦੇ ਵਿੱਚ, ਕਿਵੇਂ ਹੋਣੀ ਨੂੰ ਟੱਕਰ ਦਿੱਤੀ ਹੈ ਇਹਨਾਂ ਲੋਕਾਂ ਨੇ। ਸਾਨੂੰ ਉਸ ਇਤਿਹਾਸ ਨੂੰ ਜਿਹੜਾ ਯਾਦ ਰੱਖਣਾ ਚਾਹੀਦਾ ਹੈ। ਸਾਡੇ ਕਲਚਰ ਦੇ ਵਿੱਚ ਕਿੰਨੀਆਂ ਸੂਰਮਗਤੀ ਦੀਆਂ ਗਾਥਾਵਾਂ ਨੇ ਜਿਹੜੀਆਂ ਸਾਡੀਆਂ ਹੌਸਲਾ ਭਰਦੀਆਂ ਨੇ, ਜਿਹੜੀ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦੀਆਂ ਨੇ। ਸਾਡੇ ਗੁਰੂਆਂ ਦਾ ਵੀ ਇਹੀ ਉਪਦੇਸ਼ ਰਿਹਾ, ਸਾਡੇ ਗੁਰੂ ਘਰਾਂ ਦੇ ਵਿੱਚ ਵੀ ਇਹੀ ਹੋਕਾ ਦਿੱਤਾ ਜਾਂਦਾ ਚੜ੍ਹਦੀ ਕਲਾ ਦਾ, ਪਰ ਅਸੀਂ ਫਿਰ ਢਹਿੰਦੀ ਕਲਾ 'ਚ ਚਲੇ ਜਾਂਦੇ ਹਾਂ। ਕੋਈ ਤਾਂ ਕਾਰਨ ਹੈ ਜਿਹੜਾ ਰਿਹਾ ਹੋਏਗਾ, ਮਨੋਵਿਗਿਆਨਕ ਕਾਰਨ ਇਹਦੇ ਆਤਿਸ਼ ਕੋਈ ਵੀ ਹੋ ਸਕਦੇ ਨੇ। ਮੇਰੀ ਲੰਘੇ ਦਿਨੀ ਜਿਹੜੇ ਇੱਕ ਐਡਵੋਕੇਟ ਨੇ ਹਾਈ ਕੋਰਟ ਦੇ, ਜਗਦੇਵ ਸਿੰਘ ਪੰਦੋਹਲ, ਉਹ ਚੰਗੀ ਰਾਜਸੀ ਸਮਝ ਵੀ ਰੱਖਦੇ ਨੇ ਔਰ ਸਮਾਜਿਕ ਮੁੱਦਿਆਂ 'ਤੇ ਵੀ ਚੰਗੀ ਪਕੜ ਰੱਖਦੇ ਨੇ, ਤਾਂ ਉਹ ਇਸ ਨੂੰ ਹੋਰ ਤਰੀਕੇ ਨਾਲ ਦੇਖਦੇ ਨੇ। ਉਹ ਕਹਿੰਦੇ ਕਿ ਠੀਕ ਹੈ, ਇਹਨਾਂ ਦੇ ਇੱਕ ਮਨੋਵਿਗਿਆਨਕ ਕਾਰਨ ਹੋ ਸਕਦਾ ਹੈ ਇਹ ਜਿਹੜੀਆਂ ਖੁਦਕੁਸ਼ੀਆਂ ਵੱਧ ਰਹੀਆਂ, ਖਾਸ ਕਰਕੇ ਬਿਮਾਰੀ ਦੇ ਵਿੱਚ ਲੋਕ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ, ਬਿਮਾਰੀ ਨਾਲ ਟੱਕਰ ਨਹੀਂ ਲੈ ਸਕਦੇ। ਪਰ ਉਹ ਇਹ ਨਾਲ ਲੌਜਿਕ ਇਹ ਖੜਾ ਕਰਦੇ ਨੇ, ਉਹ ਕਹਿੰਦੇ ਕਿ ਅਸਲ 'ਚ ਪੰਜਾਬੀ ਕੌਮ ਹੈ ਜਿਹੜੀ, ਇਹ ਅਧੂਰੀ ਜ਼ਿੰਦਗੀ ਜੀਣ ਦੀ ਆਦੀ ਨਹੀਂ, ਕਿ ਮਰ ਕੇ ਜੀਣ ਦੀ ਆਦੀ ਨਹੀਂ, ਇਹ ਆਰ ਪਾਰ ਵਾਲੇ ਲੋਕ ਨੇ। ਤਾਂ ਉਹਨਾਂ ਨੂੰ ਲੱਗਦਾ ਕਿ ਇਹੋ ਜਿਹੀ ਜ਼ਿੰਦਗੀ ਨੂੰ ਤਾਂ ਮਰਿਆ ਚੰਗਾ, ਕਿ ਅਧੂਰੀ ਜਿਹੜੀ ਉਹਨਾਂ ਨੂੰ ਜ਼ਿੰਦਗੀ ਹੈ ਉਹ ਮਾਫਕ ਨਹੀਂ ਆਉਂਦੀ। ਸੋ ਜਿੱਥੇ ਸਾਡੇ ਕਲਚਰ ਨੇ, ਸਾਡੇ ਇਤਿਹਾਸ ਨੇ, ਜਾਂ ਸਾਡੇ ਕੁਦਰਤ ਨੇ, ਕਹਿ ਦਿੰਦੇ ਹਾਂ ਅਸੀਂ, ਕਹਿੰਦੇ ਕਿ ਜਿਹੜਾ ਮਨੁੱਖੀ ਜੀਵਨ ਹੈ ਉਹ ਕੁਦਰਤ ਦੀ ਇੱਕ ਅਨਮੋਲ ਦਾਤ ਹੈ ਜਾਂ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਜੇ ਉਹਦੀ ਦਾਤ ਹੈ ਤਾਂ ਫਿਰ ਅਸੀਂ ਇਹੋ ਜਿਹੇ ਸਟੈਪ ਕਿਉਂ ਚੁੱਕਦੇ ਹੈਗੇ ਆ। ਨਾਲੇ ਸਾਡੀਆਂ ਪੰਜਾਬ ਦੇ ਵਿੱਚ ਤਾਂ ਕਿਸਾਨ ਧਿਰਾਂ ਦਾ ਹੋਕਾ ਹੀ ਇਹ ਰਹਿੰਦਾ ਹੈਗਾ ਕਿ ਜਿਹੜਾ ਖੁਦਕੁਸ਼ੀ ਹੈ ਉਹ ਕਿਸੇ ਮਸਲੇ ਦਾ ਹੱਲ ਨਹੀਂ। ਉਹ ਕਹਿੰਦੇ ਨੇ ਕਿ ਸੰਘਰਸ਼ ਦੇ ਰਾਹ ਪਾਓ ਅਤੇ ਜਿਹੜੇ ਆਪਣੇ ਹਾਲਾਤ ਹੈ ਉਹ ਬਦਲੋ। ਸੋ ਲੋੜ ਇਹ ਗੱਲ ਹੈ, ਚਾਹੇ ਪੰਜਾਬ ਦੀ ਗੱਲ ਕਰੀਏ, ਚਾਹੇ ਮੁਲਕ ਦੀ ਗੱਲ ਕਰੀਏ, ਕਿ ਅਸੀਂ ਜਿੱਥੇ ਹਾਲਾਤ ਬਦਲਣ ਦੇ ਲਈ ਖੁਦ ਨੂੰ, ਸਾਨੂੰ, ਸਾਡੇ ਕਿਰਤੀਆਂ ਨੂੰ, ਕਾਮਿਆਂ ਨੂੰ ਇਕੱਠੇ ਹੋ ਕੇ, ਇਕਜੁੱਟ ਹੋ ਕੇ ਸੰਘਰਸ਼ ਦੇ ਰਾਹ ਚੱਲਣਾ ਪਏਗਾ। ਉੱਥੇ ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਪਏਗਾ, ਸਾਡੇ ਸਮਾਜ ਨੂੰ ਵੀ ਜ਼ਿੰਮੇਵਾਰੀ ਉਠਾਉਣੀ ਪਏਗੀ ਕਿ ਸਮਾਜ ਦਾ ਹਰ ਤਬਕਾ ਸੁਖੀ ਵਸੇ। ਦੋਸਤੋ, ਇਹ ਸਾਡੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਨੇ ਕਿਰਤੀਆਂ ਦੇ ਹਾਲਾਤਾਂ ਨੂੰ ਜਿਹੜਾ ਬਿਆਨ ਕੀਤਾ ਹੈ। ਪਰ ਇਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਅਜਿਹੀ ਖਬਰ ਬਾਰੇ ਵੀ ਅੱਜ ਤੋਂ ਇੱਕ ਚਰਚਾ ਸ਼ੁਰੂ ਕਰਨ ਜਾ ਰਹੇ ਹਾਂ, ਵੀ ਜਿਹੜੀ ਖਬਰ ਕਹਿ ਦਿਓ ਦਿਲ ਦਹਿਲਾਉਣ ਵਾਲੀ ਹੋਏਗੀ, ਲੋਕਾਂ ਨੂੰ ਹੈਰਾਨ ਕਰਨ ਵਾਲੀ ਹੋਵੇਗੀ, ਅਤੇ ਉਸ ਖਬਰ ਬਾਰੇ ਵੀ ਅਸੀਂ ਚਰਚਾ ਕਰਾਂਗੇ। ਤਾਂ ਚਰਨਜੀਤ ਜੀ, ਅਸੀਂ ਜਾਣਨਾ ਚਾਹਾਂਗੇ ਇਸ ਹਫ਼ਤੇ ਦੀ ਗੱਲ ਕਰੀਏ ਤਾਂ ਕਿਹੜੀ ਇਹੋ ਜਿਹੀ ਇੱਕ ਘਟਨਾ ਰਹੀ ਹੈ ਜਾਂ ਖਬਰ ਤੁਹਾਨੂੰ ਲੱਗਦੀ ਹੈ ਜੋ ਕਿ ਵਾਕਈ ਹੈਰਾਨ ਕਰਨ ਵਾਲੀ ਹੈ ਜਾਂ ਚਰਚਾਯੋਗ ਖਬਰ ਹੈ? ਦੇਖੋ, ਇਸ ਹਫ਼ਤੇ ਦੀ ਆਪਾਂ ਖਬਰ ਕਹਿ ਲਈਏ ਅਤੇ ਜਾਂ ਆਪਾਂ ਕਹਿ ਲਈਏ ਕਿ ਇਸ ਹਫ਼ਤੇ ਦੀ ਸਾਡੇ ਸਮਾਜ ਦੀ ਤਰਾਸਦੀ ਕਹਿ ਲਈਏ। ਖਾਸ ਕਰਕੇ ਜਦੋਂ ਇਸ ਤਰਾਸਦੀ ਦਾ ਜਿਹੜਾ ਸੂਤਰਧਾਰ ਹੈ ਉਹ ਕੋਈ ਹਾਕਮ ਧਿਰ ਬਣੇ ਤਾਂ ਉਦੋਂ ਸਾਨੂੰ ਹੋਰ ਵੀ
ਚਿੰਤਾ ਹੁੰਦੀ ਹੈ, ਫਿਕਰਮੰਦੀ ਹੁੰਦੀ ਹੈ। ਇਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਇਹ ਗੱਲ ਕਰ ਰਹੇ ਹਾਂ ਅਸੀਂ ਰਾਂਚੀ ਦੀ। ਜੀ ਰਾਂਚੀ ਦੇ ਵਿੱਚ ਆਤਿਸ਼ ਭਾਜਪਾ ਦੀ ਇੱਕ ਜਿਹੜੀ ਕੌਮੀ ਵਰਕਿੰਗ ਕਮੇਟੀ ਜਿਹੜੀ ਮਹਿਲਾ ਵਿੰਗ ਹੈ ਜੀ ਉਹਦੀ ਇੱਕ ਮੈਂਬਰ ਹੈ, ਸੀਮਾ ਪਾਤਰਾ ਉਹਦਾ ਨਾਂ ਹੈ। ਔਰ ਉਹ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੀ ਕੇਂਦਰ ਦੀ ਫਲੈਗਸ਼ਿਪ ਪ੍ਰੋਗਰਾਮ ਹੈ ਉਹਦੀ ਸਟੇਟ ਦੀ ਕਨਵੀਨਰ ਵੀ ਹੈ। ਜੀ ਪਿਛਲੇ ਦਿਨਾਂ 'ਚ ਪੁਲਿਸ ਨੇ ਉਹਦੇ ਘਰ ਛਾਪਾ ਮਾਰਿਆ। ਛਾਪਾ ਮਾਰ ਕੇ ਇੱਕ 8 ਸਾਲ ਤੋਂ ਪੀੜਤ ਹੈਂਡੀਕੈਪ ਲੜਕੀ ਜਿਹਤੇ ਅੰਨਾ ਤਸੱਦਦ ਕੀਤਾ ਜਾ ਰਿਹਾ ਸੀ ਉਸ ਨੂੰ ਬਰਾਮਦ ਕੀਤਾ। ਹੁਣ ਜਿਹੜੀ ਮਹਿਲਾ ਭਾਜਪਾ ਨਾਲ ਤਾਲੁਕ ਰੱਖਦੀ ਹੈ, ਕਿਸੇ ਵੀ ਪਾਰਟੀ ਨਾਲ ਤਾਲੁਕ ਰੱਖਦੀ ਹੋਵੇ, ਅਗਰ ਹਾਕਮ ਧਿਰ ਨਾਲ ਹੈ ਤਾਂ ਹੋਰ ਵੀ ਮਾੜੀ ਗੱਲ ਹੈ, ਕਿਉਂਕਿ ਇਹੀ ਲੋਕਾਂ ਨੂੰ ਤਾਂ ਅਸੀਂ ਸਮਝਦੇ ਹਾਂ ਕਿ ਸਾਡੇ ਸਮਾਜ ਦਾ ਸ਼ੀਸ਼ਾ ਨੇ, ਸਾਡਾ ਆਈਡਲ ਨੇ, ਸਾਨੂੰ ਲੀਡ ਕਰਨਾ ਇਹਨਾਂ ਲੋਕਾਂ ਨੇ। ਖਾਸ ਕਰਕੇ ਜਿਹੜੀ ਮਹਿਲਾ ਲੀਡ ਕਰ ਰਹੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ, ਜੀ ਪਰ ਉਹਦੇ ਖੁਦ ਘਰ ਕੀ ਹੋ ਰਿਹਾ ਸੀ ਕਿ ਉਹ ਸਾਬਕਾ IAS ਅਫਸਰ ਦੀ ਪਤਨੀ ਵੀ ਹੈ ਸੀਮਾ ਪਾਤਰਾ। ਉਹਨੇ ਆਪਣੇ ਘਰ ਦੇ ਵਿੱਚ 8 ਸਾਲ ਤੋਂ ਇੱਕ ਨੌਕਰਾਨੀ ਰੱਖੀ ਹੋਈ ਸੀ ਸੁਨੀਤਾ। ਸੁਨੀਤਾ ਤੇ ਅੰਨਾ ਤਸ਼ੱਦਦ ਪਿਛਲੇ 8 ਸਾਲ ਤੋਂ ਕੀਤਾ ਜਾ ਰਿਹਾ ਸੀਗਾ ਔਰ ਉਸਦੇ ਤੁਰਿਆ ਨਹੀਂ ਸੀ ਜਾਂਦਾ। ਉਹ ਲੜਕੀ ਨੇ ਪੁਲਿਸ ਕੋਲ ਬਿਆਨ ਕੀਤਾ ਕਿ ਉਸਨੇ 8 ਸਾਲ ਤੋਂ ਜਿਹੜੀ ਰੌਸ਼ਨੀ ਨਹੀਂ ਦੇਖੀ ਜੀ ਔਰ ਉਹਦੇ ਚਿਹਰੇ ਤੇ ਬੁਰੀ ਤਰ੍ਹਾਂ ਜਿਹੜਾ ਤਸ਼ੱਦਦ ਹੈ, ਜਿਹੜੇ ਜ਼ਖਮ ਪਏ ਹੋਏ ਸੀ, ਉਹ ਕਹਿੰਦੇ ਸੀ ਕਿ ਗਰਮ ਕਰਕੇ ਚੀਜ਼ਾਂ ਹੈ ਉਹਦੇ ਚਿਹਰੇ ਤੇ ਲਗਾ ਦਿੱਤੀਆਂ ਜਾਂਦੀਆਂ ਸਨ। ਇਹ ਗੱਲ ਹਜੇ ਬਾਹਰ ਨਹੀਂ ਸੀ ਆਉਣੀ ਕਿ ਉਹ ਸੀਮਾ ਪਾਤਰਾ ਜਿਹੜਾ ਬੱਚਾ ਹੈਗਾ ਛੋਟਾ ਜੀ ਆਯੂਸ਼ਮਾਨ, ਉਹਨੇ ਆਪਣੇ ਦੋਸਤ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਮੇਰੇ ਘਰ ਦੇ ਵਿੱਚ ਇਸ ਕਿਸਮ ਦਾ ਵਾਪਰ ਰਿਹਾ। ਤਾਂ ਉਸਦੇ ਦੋਸਤ ਨੇ ਅੱਗੇ ਆਪਣੇ ਮਾਪਿਆਂ ਨਾਲ ਗੱਲ ਕੀਤੀ ਤੇ ਉਹ ਮਸਲਾ ਜਿਹੜਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਨੇ ਫੌਰੀ ਜਿਹੜੀ ਰੇਡ ਕਰਕੇ ਜੀ ਉਹਦੇ ਘਰੋਂ ਜਿਹੜੀ 8 ਸਾਲ ਤੋਂ ਨੌਕਰਾਨੀ ਕੰਮ ਕਰਦੀ ਸੀ, ਗਰੀਬ ਜਿਹੜੀ ਅੰਗਹੀਨ ਸੀ, ਉਸ ਨੂੰ ਬਰਾਮਦ ਕੀਤਾ। ਔਰ ਉਹ ਜਿਹੜੀ ਨੌਕਰਾਨੀ ਸੁਨੀਤਾ ਹੈ ਜੀ ਉਹਦੇ ਕਿੰਨੇ ਜ਼ੁਲਮ ਹੋਏ ਹੋਣਗੇ, ਕਿੰਨਾ ਤਸ਼ੱਦਦ ਹੋਇਆ ਹੋਵੇਗਾ, ਉਹ ਹਸਪਤਾਲ ਦੇ ਵਿੱਚ ਦਾਖਲ ਕਰਾਈ ਹੈ। ਔਰ ਪੁਲਿਸ ਨੇ ਜਿਹੜੀ ਸੀਮਾ ਪਾਤਰਾ ਹੈ ਉਹਦੇ ਉੱਪਰ ਜਿਹੜਾ ਪੁਲਿਸ ਕੇਸ ਹੈ ਉਹ ਰਜਿਸਟਰਡ ਕੀਤਾ ਹੈ SC ST ਐਕਟ। ਜੀ ਇਸ ਤਰ੍ਹਾਂ ਦੀ ਘਟਨਾ ਇੱਕ ਮਥੁਰਾ ਦੇ ਵਿੱਚ ਹੋਈ ਹੈ। ਉੱਥੇ ਇੱਕ ਔਰਤ ਆਪਣੇ ਬੱਚੇ ਦੇ ਨਾਲ ਰੇਲਵੇ ਸਟੇਸ਼ਨ ਤੇ ਸੌਂ ਰਹੀ ਸੀ ਜੀ ਔਰ ਬਾਲ ਤਸਕਰੀ ਵਾਲਾ ਜਿਹੜਾ ਗਰੋਹ ਹੈ ਉਹਨਾਂ ਨੇ ਉਹ ਬੱਚਾ ਚੁੱਕ ਕੇ ਉਹਨਾਂ ਨੇ ਇੱਕ ਮਹਿਲਾ ਨੂੰ 1,80,000 ਰੁਪਏ 'ਚ ਵੇਚ ਦਿੱਤਾ। ਜੀ ਉਹ ਮਹਿਲਾ ਕੌਣ ਸੀ? ਉਹ ਵੀ ਫਿਰੋਜ਼ਾਬਾਦ ਦੀ BJP ਨਾਲ ਤਾਲੁਕ ਰੱਖਦੀ ਇੱਕ ਮਹਿਲਾ ਸੀਗੀ। ਤਾਂ ਆਤਿਸ਼ ਗੱਲ ਇਹ ਹੈ ਕਿ ਪਾਰਟੀ ਕੋਈ ਵੀ ਹੋਵੇ, ਖਾਸ ਕਰਕੇ ਜਿਹੜੀ ਹਕੂਮਤ ਧਿਰ ਹੁੰਦੀ ਹੈ ਉਹਦੇ ਆਪਣੇ ਫਰਜ਼ ਵੀ ਹੁੰਦੇ ਆ, ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ, ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਪਰ ਹੁੰਦਾ ਉਲਟਾ ਹੈ ਕਿ ਜਿੰਨੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਉਹਨਾਂ ਦੇ ਜਿਹੜੇ ਸੂਤਰਧਾਰ ਹੈ ਉਹ ਹਾਕਮ ਪਾਰਟੀ ਨਾਲ ਸੰਬੰਧ ਰੱਖਦੇ ਹੁੰਦੇ ਆ ਤਕਰੀਬਨ। ਜੀ ਸੋ ਲੋੜ ਹੈ ਇਹੋ ਜਿਹੀਆਂ ਘਟਨਾਵਾਂ ਭਵਿੱਖ ਦੇ ਵਿੱਚ ਨਾ ਵਾਪਰਨ, ਤਾਂ ਇਹਨਾਂ ਲੋਕਾਂ ਨੂੰ ਵੀ ਕੋਈ ਨੈਤਿਕ ਸਿਖਲਾਈ ਦਾ ਕੋਈ ਟ੍ਰੇਨਿੰਗ ਕੈਂਪ ਹੈ ਜਿਹੜਾ ਨੈਸ਼ਨਲ ਲੈਵਲ 'ਤੇ ਲੱਗਣਾ ਚਾਹੀਦਾ, ਤਾਂ ਕਿ ਇਹ ਲੋਕਾਂ ਨੂੰ ਰਾਹ ਦਿਖਾਉਂਦੇ ਆ, ਪਹਿਲਾਂ ਇਹਨਾਂ ਨੂੰ ਰਾਹ ਦਿਖਾਇਆ ਜਾ ਸਕੇ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।